ਪੀਯੂ ਤਾਂ ਜਦੋਂ ਕੋਈ ਬਾਹਰਲਾ ਹਮਲਾਵਰ ਆ ਕੇ ਸਾਨੂੰ ਖੋਹਣ ਦੀ ਗੱਲ ਕੀਤੀ ਤਾਂ ਇਹ ਲੜਾਈ ਪਹਿਲਾਂ ਹੀ ਲੜਨੀ ਸਾਡੀ ਜ਼ਰੂਰੀ ਸੀ। ਇਹ ਇੱਕ ਇਸ਼ਤਿਹਾਰਬਾਜ਼ੀ ਕਰਨ ਵਾਲੀ ਪਾਰਟੀ ਆ, ਇਹ TRP ਪਾਰਟੀ ਕਹੂੰਗਾ ਮੈਂ ਤਾਂ ਇਹਨਾਂ ਨੂੰ। ਹਰ ਇਸ਼ੂ ਤੇ ਇਹ ਇਸ਼ਤਿਹਾਰਬਾਜ਼ੀ ਕਰਦੀ ਆ। ਹੁਣ ਇਹ ਕ੍ਰੈਡਿਟ ਲੈਣ ਦੇ ਲਈ ਭਗਵੰਤ ਮਾਨ ਨੇ ਪਾਇਆ ਕਿ ਪੀਯੂ ਸਾਡਾ ਮਾਣ। ਉਸੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀਆਂ ਫੀਸਾਂ ਇਸ ਸਾਲ ਹੁਣੇ ਹੀ ਵਧਾਈਆਂ, ਤਾਂ ਫਿਰ ਜਿਹੜੀ ਚੀਜ਼ ਤੇ ਮਾਣ ਆ ਉਹਨੂੰ ਫੰਡ ਕਿਉਂ ਨਹੀਂ ਦਿੰਦੇ? ਭਗਵੰਤ ਮਾਨ ਉਦੋਂ ਕਿੱਥੇ ਸੀ ਜਦੋਂ ਅਸੀਂ ਸੜਕਾਂ ਤੇ ਲੜ ਰਹੇ ਸੀ? ਭਗਵੰਤ ਮਾਨ ਉਦੋਂ ਕਿੱਥੇ ਸੀ ਜਦੋਂ ਅਸੀਂ ਇਹਦੇ ਦਫ਼ਤਰ 'ਚ ਸਾਨੂੰ ਇਹ ਲਿਖਤੀ ਤੌਰ ਤੇ ਮੀਟਿੰਗ ਦੇ ਕੇ ਉੱਥੋਂ ਭੱਜਿਆ? ਸਾਡੇ ਨਾਲ ਇਹ ਟੇਬਲ ਟਾਕ ਤੇ ਕਿਉਂ ਨਹੀਂ ਆਇਆ? ਜਦੋਂ ਅਸੀਂ ਸੜਕਾਂ ਤੇ ਉਤਰ ਕੇ ਮੈਂਬਰ ਪਾਰਲੀਮੈਂਟ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਇਹ ਚੈਲੰਜ ਕੀਤਾ ਕਿ ਤੁਸੀਂ ਬੋਲਦੇ ਨਹੀਂ, ਤਾਂ ਇਹ ਉਦੋਂ ਬਾਅਦ ਇਹਨਾਂ ਨੇ ਉੱਥੇ ਬੋਲਿਆ। ਅਨਆਫੀਸ਼ੀਅਲ ਉਹ ਬੰਦਾ ਜਿਹੜਾ ਹਰ ਡਿਸੀਜਨ ਜੋ ਉਹ ਕਹਿੰਦਾ ਤਾਂ ਮੁੱਖ ਮੰਤਰੀ ਉਸ ਨੂੰ ਉਦੋਂ ਫਾਈਨਲ ਕੀਤਾ ਜਾਂਦਾ। ਇਹ ਰਾਘਵ ਚੱਡਾ ਉਹ ਚੀਜ਼ ਹੈ, ਉਹ ਜੀਵਨ ਜਾਂਚ ਹੈ। ਪੰਜਾਬ 'ਚ 13 ਯੂਨੀਵਰਸਿਟੀਆਂ, ਉਹਨਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ 'ਚ ਹੁਣੇ ਵੱਡਾ ਪ੍ਰੋਟੈਸਟ ਹੋ ਕੇ ਹਟਿਆ, ਜਿਹੜਾ ਕਿੰਨੇ ਦਿਨ ਉੱਥੋਂ ਦੇ ਡਾਕਟਰ ਆ ਜਿਹੜੇ ਬਾਹਰ ਧਰਨੇ ਤੇ ਬੈਠੇ ਰਹੇ। ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਬਾਹਰ ਬੈਠੇ ਗਏ, ਪੋਸਟਾਂ ਖਾਲੀ ਨਹੀਂ ਹੈਗੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਿਆਦਾ ਹੈ, ਪ੍ਰਾਈਵੇਟ ਤੋਂ ਵੀ ਦੇ ਬਰਾਬਰ ਪਹੁੰਚੀਆਂ ਹੋਈਆਂ। ਪੰਜਾਬੀ ਯੂਨੀਵਰਸਿਟੀ ਘਾਟੇ ਦੇ ਵਿੱਚ ਹੈਗੀ ਹੈ। ਬਾਬਾ ਫਰੀਦ ਯੂਨੀਵਰਸਿਟੀ ਜਿਹਦੇ ਗੱਦਿਆਂ ਦਾ ਰੌਲਾ ਪਿਆ, ਗੱਦਿਆਂ ਦਾ ਰੌਲਾ ਸਰਕਾਰ ਦੀ ਨਲਾਇਕੀ ਕਰਕੇ ਆ। ਪੰਜਾਬ 'ਚ ਹੋਰ ਵੀ ਮੁੱਦੇ ਬੜੇ ਅਹਿਮ ਨੇ, ਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਜਦੋਂ ਸੁਰਖੀਆਂ ਬਣਦਾ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਟਿਕਦੀਆਂ ਨੇ ਕਿ ਕੇਂਦਰੀਕਰਨ ਆਖਰਕਾਰ ਕਿਉਂ ਹੋ ਸਕਦਾ ਹੈ, ਕਿਵੇਂ ਹੋ ਸਕਦਾ ਹੈ। ਇਸ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਪੂਰੇ ਪੰਜਾਬ ਭਰ ਦੇ ਵਿੱਚ ਸੜਕਾਂ ਤੇ ਆਈਆਂ। ਸੰਗਰੂਰ ਜਿਮਣੀ ਚੋਣ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ, ਥਾਂ-ਥਾਂ ਤੇ ਰੋਸ ਮੁਜ਼ਾਹਰੇ ਹੋਏ। ਪਰ ਰਾਜ ਸਭਾ ਮੈਂਬਰ ਨੇ ਜਦੋਂ ਰਾਜ ਸਭਾ ਦੇ ਅੰਦਰ ਇਹ ਸਵਾਲ ਚੁੱਕਿਆ ਕਿ ਕੇਂਦਰੀਕਰਨ ਕੀ ਕੀਤਾ ਜਾਵੇਗਾ ਯੂਨੀਵਰਸਿਟੀ ਦਾ, ਤਾਂ ਜਵਾਬ ਦੇ ਵਿੱਚ ਸਰਕਾਰ ਨੇ ਜੋ ਲਿਖਿਆ ਉਸ ਦੇ ਵਿੱਚ ਕਿਹਾ ਕਿ ਸਾਡਾ ਅਜਿਹਾ ਕੋਈ ਇਰਾਦਾ ਨਹੀਂ। ਇਸ ਦੇ ਨਾਲ ਪੰਜਾਬ ਦੇ ਵਿਦਿਆਰਥੀ ਸੰਤੁਸ਼ਟ ਨੇ ਜਾਂ ਉਹਨਾਂ ਨੂੰ ਹੋਰ ਵੀ ਕੋਈ ਸ਼ੰਕਾ ਹੈ? ਇਸ ਮਸਲੇ ਦੇ ਉੱਤੇ ਅਸੀਂ ਗੱਲ ਕਰਾਂਗੇ। ਮੇਰੇ ਨਾਲ ਪੰਜਾਬ ਸਟੂਡੈਂਟ ਯੂਨੀਅਨ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਅਮਨਦੀਪ, ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਰਾਜ ਸਭਾ ਦੇ ਵੱਲੋਂ ਔਰ ਸਰਕਾਰ ਦੇ ਵੱਲੋਂ ਜੋ ਇੱਕ ਲੈਟਰ ਆ ਗਿਆ, ਤੁਸੀਂ ਵੀ ਪੜ੍ਹਿਆ ਹੋਣਾ, ਕਿ ਉਹਦੇ ਨਾਲ ਤਸੱਲੀ ਹੈ? ਵੈਸੇ ਉਸ ਲੈਟਰ ਬਾਰੇ ਵੀ ਕਿਉਂਕਿ ਸਰਕਾਰ ਨੇ ਵੀ ਆਪਣੇ ਪੇਜ ਤੋਂ ਕੀਤਾ ਹੈ, ਭਗਵੰਤ ਮਾਨ ਨੇ ਸਟੇਟਮੈਂਟ ਦਿੱਤੀ ਹੈ, ਰਾਜ ਸਭਾ ਦੇ ਸੈਸ਼ਨ 'ਚ ਬੋਲਿਆ ਗਿਆ ਹੈ। ਉਹ ਤਾਂ ਲੈਟਰ ਇੱਕ ਲੈਵਲ ਤੱਕ ਹੈਗਾ, ਨਾ ਤਾਂ ਸਾਨੂੰ ਲੈਟਰ ਨਾਲ ਤਸੱਲੀ ਹੈ, ਨਾ ਹੀ ਅਸੀਂ ਇੱਥੋਂ ਤੱਕ ਦੀ ਲੜਾਈ ਸੋਚ ਕੇ ਚੱਲੇ ਹਾਂ। ਸਵਾਲ ਇਸ ਤੋਂ ਕਿਤੇ ਵੱਡਾ, ਅਸੀਂ ਸੈਟਿਸਫਾਈ ਨਹੀਂ, ਤੇ ਨਾ ਹੀ ਸਾਨੂੰ ਆਮ ਆਦਮੀ ਦੇ ਤੌਰ ਤਰੀਕੇ ਤੋਂ ਸੰਤੁਸ਼ਟੀ ਹੈ। ਇਹ ਇੱਕ ਇਸ਼ਤਿਹਾਰਬਾਜ਼ੀ ਕਰਨ ਵਾਲੀ ਪਾਰਟੀ ਆ, ਇਹ TRP ਪਾਰਟੀ ਕਹੂੰਗਾ ਮੈਂ ਤਾਂ ਇਹਨਾਂ ਨੂੰ। ਹਰ ਇਸ਼ੂ ਤੇ ਇਹ ਇਸ਼ਤਿਹਾਰਬਾਜ਼ੀ ਕਰਦੀ ਆ। ਉਹਦੇ 'ਚ ਕੀ ਕੀਤਾ ਇਹਨਾਂ ਨੇ? ਹੁਣ ਇਹ ਕ੍ਰੈਡਿਟ ਲੈਣ ਦੇ ਲਈ ਭਗਵੰਤ ਮਾਨ ਨੇ ਪਾਇਆ ਕਿ ਪੀਯੂ ਸਾਡਾ ਮਾਣ। ਤੇ ਜਿਸ ਚੀਜ਼ ਤੇ ਮਾਣ ਹੋਵੇ, ਇਹ ਮਾਣ ਭਗਵੰਤ ਮਾਨ ਦੇ ਨਾਂ ਵਾਲਾ ਨਹੀਂਗਾ। ਇਹ ਮਾਣ ਉਹ ਹੈ ਜਿਹੜਾ ਤੁਹਾਡੇ ਦੇਸ਼ ਦੀ ਜਾਂ ਪੰਜਾਬ ਦੇ ਸੂਬੇ ਦੀਆਂ ਕਦਰਾਂ ਕੀਮਤਾਂ ਨੂੰ, ਉਹਦੀ ਜੀਵਨ ਜਾਂਚ ਨੂੰ, ਉੱਥੋਂ ਉਸ ਦੀ ਰਾਖੀ ਕਰਨ ਵਾਲਾ ਮਾਣ ਹੈ। ਤੇ ਜੇ ਤੁਹਾਨੂੰ ਉਸ ਯੂਨੀਵਰਸਿਟੀ ਤੇ ਮਾਣ ਹੈ, ਤੇ ਮੇਰਾ ਸਵਾਲ ਹੈ ਭਗਵੰਤ ਮਾਨ ਨੂੰ ਕਿ ਉਸੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀਆਂ ਫੀਸਾਂ ਇਸ ਸਾਲ ਹੁਣੇ ਹੀ ਵਧਾਈਆਂ, ਤਾਂ ਫਿਰ ਜਿਹੜੀ ਚੀਜ਼ ਤੇ ਮਾਣ ਆ ਉਹਨੂੰ ਫੰਡ ਕਿਉਂ ਨਹੀਂ ਦਿੰਦੇ? ਸਵਾਲ ਇਹ ਨਹੀਂ ਹੈ ਕਿ ਅਸੀਂ ਯੂਨੀਵਰਸਿਟੀ ਦੀਆਂ ਕੰਧਾਂ ਬਚਾਉਣੀਆਂ। ਇਹ ਇਕੱਲੀ ਲੜਾਈ ਸਟਰਕਚਰ ਦੀ ਨਹੀਂ ਹੈ, ਗੱਲ ਹੈ ਕਿ ਉਹਦੀ ਰੂਹ ਬਚਾਉਣੀ ਹੈ। ਤੇ ਉਹਦੀ ਰੂਹ 'ਚ ਪੰਜਾਬ ਦੇ ਉਹ ਕਿਰਤੀ ਲੋਕ ਵਸਦੇ ਆ, ਉਹ ਪਿੰਡਾਂ 'ਚੋਂ ਉੱਠੇ, ਜਿਹੜੇ ਛੋਟੇ ਸ਼ਹਿਰਾਂ 'ਚੋਂ ਉੱਠੇ ਉਹ ਲੋਕ ਵਸਦੇ ਆ, ਜਿਹੜੇ ਆਪਣੀ ਸਿੱਖਿਆ ਹਾਸਲ ਕਰਨ ਲਈ ਪ੍ਰਾਈਵੇਟ ਅਦਾਰਿਆਂ ਕੋਲੇ ਲੁੱਟ ਨਹੀਂ ਕਰਾ ਸਕਦੇ। ਤਾਂ ਇਹ ਅਦਾਰੇ ਉਹਨਾਂ ਲੋਕਾਂ ਦੇ ਆ, ਇਹ ਮਾਣ ਉਹਨਾਂ ਦੇ ਆ। ਉਸ ਯੂਨੀਵਰਸਿਟੀ ਨੇ ਹੁਣੇ 10% ਫੀਸ ਫਿਰ ਵਧਾਈ ਆ, ਤੇ ਫਾਜ਼ਿਲਕਾ ਵਰਗੇ ਸ਼ਹਿਰ ਬਾਰਡਰ ਤੇ ਆ, ਤੇ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਆ ਕਿ ਉਹ ਇਹ ਵਧੀਆਂ ਹੋਈਆਂ ਫੀਸਾਂ 'ਚ ਪੜ੍ਹ ਨਹੀਂ ਸਕਣਗੇ। ਤਾਂ ਭਗਵੰਤ ਮਾਨ ਇਹ ਕਿੱਥੇ ਸੀ? ਦੂਜਾ ਹੈਗਾ ਪੰਜਾਬ ਦਾ ਇਤਿਹਾਸ, ਪੰਜਾਬ ਦੀ ਵਿਰਾਸਤ ਕਹਿ ਲਈਏ, ਪੰਜਾਬ ਦਾ ਹੱਕ ਕਹਿ ਲਈਏ। ਅਸੀਂ ਇਹਦੇ ਕਰਕੇ ਵੀ ਲੜੇ ਆ ਕਿ ਇਹਦੇ 'ਚ ਇੱਕ ਇਤਿਹਾਸ ਆ। ਸਾਡਾ ਸਵਾਲ ਇਹ ਹੈ ਕਿ ਭਗਵੰਤ ਮਾਨ ਉਦੋਂ ਕਿੱਥੇ ਸੀ ਜਦੋਂ ਅਸੀਂ ਸੜਕਾਂ ਤੇ ਲੜ ਰਹੇ ਸੀ? ਭਗਵੰਤ ਮਾਨ ਉਦੋਂ ਕਿੱਥੇ ਸੀ ਜਦੋਂ ਅਸੀਂ ਇਹਦੇ ਦਫ਼ਤਰ 'ਚ ਸਾਨੂੰ ਇਹ ਲਿਖਤੀ ਤੌਰ ਤੇ ਮੀਟਿੰਗ ਦੇ ਕੇ ਉੱਥੋਂ ਭੱਜਿਆ? ਸਾਡੇ ਨਾਲ ਇਹ ਟੇਬਲ ਟਾਕ ਤੇ ਬੈਠ ਕੇ ਕਿਉਂ ਨਹੀਂ ਆਇਆ? ਉਹਦਾ ਇਤਰਾਜ਼ ਅਸੀਂ ਤਾਂ ਕਰਕੇ ਕਰਦੇ ਹਾਂ ਕਿ ਸਾਨੂੰ ਕੋਈ ਇਹਦੇ ਦਰਸ਼ਨ ਕਰਨ ਦਾ ਸ਼ੌਂਕ ਨਹੀਂਗਾ। ਅਸੀਂ ਇਸ ਕਰਕੇ ਕਰਦੇ ਕਿ ਤੁਸੀਂ ਕੇਸ ਖਰਾਬ ਕਰਕੇ ਰੱਖ ਦਿੱਤਾ ਪੂਰਾ। ਉਹ ਕਿਵੇਂ ਖਰਾਬ ਕਰਕੇ ਰੱਖ ਦਿੱਤਾ? ਮਾਣ ਅਸੀਂ ਦਵਾ ਰਹੇ ਸੀ ਇਸ ਯੂਨੀਵਰਸਿਟੀ ਦਾ, ਇਹਨਾਂ ਨੂੰ ਕਿਵੇਂ ਦਵਾਉਣਾ ਸੀ ਮਾਣ? ਕਿ ਜੇ ਸਾਡੇ ਨਾਲ ਮੀਟਿੰਗ 'ਚ ਬੈਠਦਾ, ਅਸੀਂ ਇਹਨੂੰ ਦੱਸਦੇ ਕਿ ਇਸ ਯੂਨੀਵਰਸਿਟੀ ਦਾ VC ਹੈ ਜਿਹੜਾ ਉਹ ਕੇਂਦਰ ਸਰਕਾਰ ਅਪੁਆਇੰਟ ਕਰਦੀ ਹੈ। ਸਿਰਫ ਰਾਜ ਸਭਾ 'ਚ ਕਹਿਣ ਨਾਲ
ਉਹ ਇੱਕ ਸਵਾਲ ਕੀਤਾ ਇਹਨਾਂ ਦੇ ਰਾਜ ਸਭਾ ਮੈਂਬਰ ਨੇ, ਉਹ ਵੀ ਜਦੋਂ ਅਸੀਂ ਸੜਕਾਂ ਤੇ ਉਤਰ ਕੇ ਮੈਂਬਰ ਪਾਰਲੀਮੈਂਟ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਇਹ ਚੈਲੰਜ ਕੀਤਾ ਕਿ ਤੁਸੀਂ ਬੋਲਦੇ ਨਹੀਂ, ਤਾਂ ਇਹ ਉਦੋਂ ਬਾਅਦ ਇਹਨਾਂ ਨੇ ਉੱਥੇ ਬੋਲਿਆ। ਉਹਦੇ ਉੱਤਰ ਦੇ ਵਿੱਚ ਜਿਹੜੀ ਯੂਨੀਅਨ ਮਿਨਿਸਟਰੀ ਹੈਗੀ ਆ, ਉਹਦਾ ਸਟੇਟਸਮੈਨ ਆ, ਉਹਨੇ ਇਹਦੇ ਤੇ ਉੱਤਰ ਦਿੱਤਾ ਕਿ ਅਸੀਂ ਇਹਨੂੰ ਨਹੀਂ ਲਵਾਂਗੇ। ਸਵਾਲ ਇਹ ਹੈ ਕਿ ਇੱਕ ਤਾਂ ਹੈਗਾ ਨਹੀਂ ਲਵਾਂਗੇ, ਤੇ ਜੋ ਹੁਣ ਚੱਲ ਰਿਹਾ, ਜੋ ਪਹਿਲਾਂ ਤੋਂ ਚੱਲ ਰਿਹਾ, ਕੀ ਉਹ ਠੀਕ ਚੱਲ ਰਿਹਾ? ਹੁਣ ਵੀ ਉਹਦਾ ਵੀਸੀ ਕੇਂਦਰ ਸਰਕਾਰ ਲਾਉਂਦੀ ਹੈ, ਹੁਣ ਵੀ ਉਹਦੀ ਸੈਨੇਟ ਦੇ ਵਿੱਚ ਜਿਹੜੇ ਨੋਮੀਨੇਟਡ ਮੈਂਬਰ ਹੈ ਉਹਨਾਂ ਦੀ ਗਿਣਤੀ ਕੇਂਦਰ ਸਰਕਾਰ ਦੀ ਕਿਤੇ ਵੱਧ ਆ, ਉਹਨਾਂ ਦੀ ਵੀਟੋ ਪਾਵਰ ਹੁੰਦੀ ਹੈ, ਤੇ ਇੱਥੋਂ ਦਾ ਵੀਸੀ ਹੈ ਜਿਹੜਾ ਉਹਨਾਂ ਦੇ ਵਿੱਚੋਂ ਸਿੰਡੀਕੇਟ ਚੁਣਦਾ ਤੇ ਇੱਥੇ ਮਾਣਾਈਆਂ ਕਰਦੇ ਆ ਇਹ। ਪਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹਨਾਂ ਤੇ ਸ਼ੰਕੇ ਆ ਜਿਸ ਤਰ੍ਹਾਂ ਦੇ ਸਵਾਲ ਜਿਹੜੇ ਚੁੱਕ ਰਹੇ ਹੋ, ਪਰ ਸਿੱਖਿਆ ਮੰਤਰੀ ਜਦੋਂ ਮੀਤ ਹੇਅਰ ਸੀ ਹਾਇਰ ਐਜੂਕੇਸ਼ਨ ਦੇ, ਤਾਂ ਉਦੋਂ ਜਦੋਂ ਕੇਂਦਰੀਕਰਨ ਦੀ ਗੱਲ ਤੁਰੀ, ਉਹ ਕਹਿੰਦੇ ਯੂਨੀਵਰਸਿਟੀ ਛੱਡੋ, ਸਾਨੂੰ ਤਾਂ ਚੰਡੀਗੜ੍ਹ ਦੇ ਦਿਓ, ਸਾਰੇ ਖਰਚੇ ਅਸੀਂ ਚੱਕ ਲਾਂਗੇ। ਇੱਕ ਪਾਸੇ ਇਹ ਦਾਅਵੇ ਨੇ, ਭਗਵੰਤ ਮਾਨ ਨੇ ਇਸ਼ਤਿਹਾਰ ਲਾਏ ਔਰ ਫੋਟੋਆਂ ਸ਼ੇਅਰ ਕੀਤੀਆਂ ਕਿ ਸਾਡਾ ਮਾਣ ਹੈ ਪੀਯੂ। ਤਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ, ਫਿਰ ਵੀ ਸ਼ੱਕ ਤੁਹਾਨੂੰ ਕਿਉਂ ਆ? ਨਹੀਂ, ਸ਼ੱਕ ਇਹ ਹੈ ਨਾ, ਫਿਰ ਉਹਨੂੰ ਫੰਡ ਦੇਵਣ। ਵਿਦਿਅਕ ਸੰਸਥਾ ਅਸੀਂ ਕੋਈ ਇਹਦੇ ਕਾਹਦੇ ਲਈ ਮਤਲਬ ਬਚਾ ਰਹੇ ਹਾਂ? ਅਸੀਂ ਲੋਕਾਂ ਨੂੰ ਗਿਆਨ ਦੇ ਅਮਲ 'ਚ ਲੋਕਾਂ ਨੂੰ ਪੜ੍ਹਾਈ ਦਾ ਹੱਕ ਦਿਵਾਉਣ ਲਈ ਲੜ ਰਹੇ ਹਾਂ। ਦੂਸਰੀ ਗੱਲ ਇਹ ਹੈ ਕਿ ਤੁਸੀਂ ਕਿਹਾ ਮੀਤ ਹੇਅਰ ਨੇ ਕਿਹਾ, ਮੀਤ ਹੇਅਰ ਕਿੱਥੇ ਸੀ ਮੀਟਿੰਗ ਕਰਦਾ ਬੈਠਦਾ? ਕੀ ਇਹਨਾਂ ਦੇ ਧਿਆਨ 'ਚ ਹੈ ਇਹ ਗੱਲ ਕਿ ਬੰਗਾਲ ਤੇ ਤਮਿਲਨਾਡੂ ਨੇ ਇਹ ਰੂਲ ਪਾਸ ਕਰ ਦਿੱਤਾ ਕਿ ਸਾਡੀਆਂ ਯੂਨੀਵਰਸਿਟੀਆਂ ਦੇ ਵੀਸੀ ਗਵਰਨਰ ਨਹੀਂ ਹੋਣਗੇ, ਮੁੱਖ ਮੰਤਰੀ ਹੋਣਗੇ? ਅਸੀਂ ਤਾਂ ਜਿਹੜੇ ਚਾਂਸਲਰ ਨੇ, ਵਾਈਸ ਚਾਂਸਲਰ ਨਹੀਂ, ਵੀਸੀ ਨਹੀਂ, ਚਾਂਸਲਰ ਆ ਜਿਹੜੇ, ਉਹ ਗਵਰਨਰ ਹੁੰਦੇ ਆ, ਉਹ ਗਵਰਨਰ ਨਹੀਂ ਹੋਣਗੇ, ਮੁੱਖ ਮੰਤਰੀ ਹੋਣਗੇ। ਅਸੀਂ ਤਾਂ ਇਸ ਭਗਵੰਤ ਮਾਨ ਨੂੰ ਇਸ ਯੂਨੀਵਰਸਿਟੀ ਦਾ ਚਾਂਸਲਰ ਬਣਾਉਣ ਲੱਗੇ ਸੀ, ਤੇ ਇਹਨੂੰ ਥੋੜੇ ਜਿਹੇ ਨਾਲ ਹੀ ਮਾਣ ਹੋ ਜਾਂਦਾ। ਇਹੀ ਇਹਨਾਂ ਦਾ ਐਟੀਟਿਊਡ, ਇਹੀ ਰੁਝਾਨ ਇਹਨਾਂ ਦਾ ਇੱਥੇ ਸੀਗਾ ਕਿ ਅਸੀਂ ਕਹਿੰਦੇ ਆ ਕਿ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਜਿਹੜਾ, ਉਹ ਪੰਜਾਬ ਸਰਕਾਰ ਅਪੁਆਇੰਟ ਕਰੇ ਤੇ ਇਹਦਾ ਚਾਂਸਲਰ ਮੁੱਖ ਮੰਤਰੀ ਬਣੇ। ਇਹ ਤਮਿਲਨਾਡੂ ਤੇ ਬੰਗਾਲ 'ਚ ਹੋਇਆ। ਜੇ ਸਾਡੇ ਨਾਲ ਮੀਟਿੰਗ 'ਚ ਬੈਠਦੇ ਤਾਂ ਉੱਥੇ ਅਸੀਂ ਇਹ ਡਿਬੇਟ ਕਰਦੇ ਉਹਨਾਂ ਨਾਲ। ਕੀ ਲੱਗਦਾ ਇਹ ਗੱਲਾਂ ਦਾ ਉਹਨਾਂ ਨੂੰ ਗਿਆਨ ਨਹੀਂ ਹੈ ਜਿਹੜੀਆਂ ਤੁਹਾਨੂੰ ਦੱਸਣੀਆਂ ਪੈਣੀਆਂ? ਇਹ ਗਰੰਟੀ ਹੈ, ਬਿਲਕੁਲ ਨਹੀਂ ਗਿਆਨ। ਮੈਂ ਅਸਲ ਦੇ ਵਿੱਚ ਸਵਾਲ ਇਹ ਆ ਕਿ ਅਸੀਂ ਜਦੋਂ ਵਾਰ-ਵਾਰ ਕਹਿੰਦੇ ਆ ਨਾ ਕਿ ਦਿੱਲੀ ਤੋਂ ਚੱਲਦੀ ਹੈ, ਦਿੱਲੀ ਤੋਂ ਚੱਲਦੀ ਹੈ, ਸਵਾਲ ਦਿੱਲੀ ਤੇ ਪੰਜਾਬ ਦਾ ਰੌਲਾ ਕੀ ਆ? ਸਵਾਲ ਇਹ ਨਹੀਂਗਾ ਕਿ ਦਿੱਲੀ ਤੋਂ ਕੋਈ ਬੰਦਾ ਆ ਕੇ ਬੈਠ ਗਿਆ ਤਾਂ ਸਾਨੂੰ ਇਤਰਾਜ਼ ਹੈ। ਸਵਾਲ ਇਹ ਨਹੀਂਗਾ, ਅਕਾਲੀ ਦਲ ਵੇਲੇ ਵੀ ਦਿੱਲੀ ਤੋਂ ਬੰਦੇ ਆਉਂਦੇ ਰਹੇ ਆ, ਕਾਂਗਰਸ ਦੀ ਤਾਂ ਹੈ ਹੀ ਦਿੱਲੀ ਤੋਂ, ਉਹ ਵੀ ਆਉਂਦੇ ਰਹੇ, ਤਾਂ ਅਸੀਂ ਹੁਣ ਕਿਉਂ ਸ਼ੋਰ ਮਚਾਉਣੇ ਆ? ਉਹਦਾ ਕਾਰਨ ਇਹ ਆ ਕਿ ਜਿਹੜੀਆਂ ਕਦਰਾਂ ਕੀਮਤਾਂ ਭਾਰਤ ਜਾਂ ਦਿੱਲੀ ਅੱਜ ਜਿਹਨਾਂ ਕਦਰਾਂ ਕੀਮਤਾਂ ਦੀਆਂ ਪ੍ਰਤੀਨਿਧਤਾ ਕਰਦੀ ਆ, ਉਹ ਸੰਵਿਧਾਨਕ ਨਹੀਂ। ਜੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਕਰਦੀ ਹੁੰਦੀ, ਜਿਹਦੇ 'ਚ ਧਰਮ ਨਿਰਪੱਖਤਾ ਹੈਗੀ ਆ, ਜਿਹਦੇ 'ਚ ਜਿਹਨੂੰ ਕਹਿ ਲਈਏ ਆਪਾਂ ਸੋਸ਼ਲਿਜ਼ਮ ਹੈਗਾ, ਜਿਹਦੇ 'ਚ ਫਰਟਰਨਿਟੀ ਹੈ, ਭਰਾਤਰੀ ਹੈ, ਭਾਈਚਾਰਾ ਹੈ, ਉਹਨਾਂ ਦੀ ਗੱਲ ਨਹੀਂ ਕਰਦੀ ਉਹ। ਹੁਣ ਉਹ ਮਨੂ ਸਮ੍ਰਿਤੀ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ। ਜਦੋਂ ਉਹਨਾਂ ਕਦਰਾਂ ਕੀਮਤਾਂ ਨੂੰ ਕਿਵੇਂ ਕਰਦੀ ਹੈ, ਉਹਦੀ ਮੈਂ ਉਦਾਹਰਨ ਦੇ ਸਕਦਾ ਤੁਹਾਨੂੰ। ਕਿਉਂ ਸਾਨੂੰ ਰਾਘਵ ਚੱਡਾ ਰੜਕਦਾ, ਕਿਉਂ? ਉਹਦਾ ਕਾਰਨ ਦੱਸਦਾ। ਜੋ ਇਹ ਸੰਘ ਦੀ RSS ਦੀ ਜੀਵਨ ਸ਼ੈਲੀ ਆ, ਜੋ ਪੁਰਾਣਾ ਤਰੀਕਾ ਹੈ, ਇਹਨਾਂ ਦੇ ਰਾਜੇ ਦਰਬਾਰਾਂ ਦੇ ਵਿੱਚ ਜਿਹੜੇ ਪਰਿਹਾਰ ਰਾਜ ਪੁਰੋਹਿਤ ਹੁੰਦੇ ਸੀ, ਇਹ ਉਸੇ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਆ। ਹੁਣ ਵੀ ਤੁਸੀਂ ਆਪ ਜਾ ਕੇ ਹਿਮਾਚਲ ਦੇ ਲੋਕਾਂ ਨੂੰ ਪੁੱਛਿਓ ਕਿ ਤੁਹਾਡੇ ਮੁੱਖ ਮੰਤਰੀ ਤੋਂ ਉੱਤੇ ਵੀ ਕੋਈ ਬੰਦਾ ਹੁੰਦਾ? ਉਹ BJP ਦੀ ਜੀਵਨ ਸ਼ੈਲੀ ਹੈ। ਉੱਥੇ ਅੱਜ ਵੀ ਪਰਿਹਾਰ ਰੱਖਦੇ ਆ ਇੱਕ ਅਨਆਫੀਸ਼ੀਅਲ ਉਹ ਬੰਦਾ ਜਿਹੜਾ ਹਰ ਡਿਸੀਜਨ ਜੋ ਉਹ ਕਹਿੰਦਾ ਤਾਂ ਮੁੱਖ ਮੰਤਰੀ ਉਸ ਨੂੰ ਉਦੋਂ ਫਾਈਨਲ ਕੀਤਾ ਜਾਂਦਾ। ਇਹ ਰਾਘਵ ਚੱਡਾ ਉਹ ਚੀਜ਼ ਹੈ, ਉਹ ਜੀਵਨ ਜਾਚ ਆ, ਤਾਂ ਸਾਨੂੰ ਦਿੱਕਤ ਹੈ। ਤੇ ਜਿਹੜੀ ਤੁਸੀਂ ਕਹਿੰਦੇ ਆ ਕਿ ਇਹਨਾਂ ਨੂੰ ਉਹ ਗਿਆਨ ਨਹੀਂ ਜਾਂ ਉਹ ਗੱਲ ਨਹੀਂ, ਇੱਕ ਤਾਂ ਇਹ ਗੱਲ ਪੱਕੀ ਹੈ ਕਿ ਇਹਨਾਂ ਦੇ ਧਿਆਨ 'ਚ ਇਹ ਨਹੀਂ ਸੀ। ਉਹਦਾ ਸਬੂਤ ਇਹ ਹੈ ਕਿ ਜਦੋਂ ਅਸੀਂ ਪਹਿਲੇ ਦਿਨ ਮੀਟਿੰਗ 'ਚ ਇਹਨਾਂ ਦੇ OSD ਨੂੰ ਮਿਲੇ ਆ ਤਾਂ ਉਹਨੂੰ ਇਸ ਕੇਸ ਬਾਰੇ ਵੀ ਨਹੀਂ ਪਤਾ ਸੀ ਕਿ ਰੌਲਾ ਕੀ ਹੈ। ਇਹਨਾਂ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ। ਹੁਣ ਇਹਨਾਂ ਨੇ ਇਸ਼ਤਿਹਾਰਬਾਜ਼ੀ ਤਾਂ ਕਰਨੀ ਆ। ਜਿਹੜੀ ਪਾਰਟੀ ਹਰ ਨਿੱਕੀ ਜਿਹੀ ਗੱਲ ਤੇ ਇਸ਼ਤਿਹਾਰਬਾਜ਼ੀ ਕਰਦੀ ਹੈ, ਜਿਹੜਾ ਚਾਹੇ ਉਹ ਬਾਬਾ ਫਰੀਦ ਦੇ ਵਾਈਸ ਚਾਂਸਲਰ ਨਾਲ ਹੋਇਆ ਹੁੰਦਾ, ਮੈਂ VC ਦੇ ਪੱਖ 'ਚ ਨਹੀਂ, ਪਰ ਉਹਦੇ ਜੋ ਤਰੀਕੇ ਨਾਲ ਉਹ ਕੀਤਾ, ਉਹਦੇ ਤੇ ਕਾਰਵਾਈ ਕਰਨੀ ਹੁੰਦੀ। ਇੱਕ ਉਹਦਾ ਤਰੀਕਾ ਹੈਗਾ, ਟੇਬਲ ਤੇ ਬੈਠਦੇ ਉਹਦੇ ਨਾਲ, ਉਹਨੂੰ ਨੰਗਾ ਕਰਦੇ VC ਨੂੰ ਵੀ ਤੂੰ ਆਹ ਗਲਤ ਕੀਤਾ, ਤੇ ਉਹਨੂੰ ਉੱਥੋਂ ਅਸਤੀਫਾ ਨਾ ਦੇਣਾ ਪੈਂਦਾ, ਉਹਨੂੰ ਬਾਂਹ ਫੜ ਕੇ ਬਾਹਰ ਕੱਢ ਦੇ। ਪਰ ਇਹਨਾਂ ਦੀ ਇਹ ਜਿਹੜੀ ਚੀਜ਼ ਹੈ, ਤੇ ਇਸ ਕਰਕੇ ਪੰਜਾਬ ਯੂਨੀਵਰਸਿਟੀ ਬਾਰੇ ਇਹਨਾਂ ਨੇ ਨਾ ਤਾਂ ਉਹ ਫੈਡਰਲ ਜਾਂ ਪੰਜਾਬ ਦੇ ਰਾਜਾਂ ਦੇ ਹੱਕ ਨੇ ਜਿਹੜੇ, ਅਸੀਂ ਇਹ ਕਹਿਣੇ ਆ ਕਿ ਪੜ੍ਹਾਈ ਦਾ ਹੱਕ ਰਾਜਾਂ ਕੋਲੇ ਹੋਣਾ ਚਾਹੀਦਾ। ਕੇਂਦਰੀ ਯੂਨੀਵਰਸਿਟੀ ਘੁੱਦੇ ਬਣਾਈ ਹੈ, ਬਠਿੰਡੇ 'ਚ ਬਣਾਈ ਹੈ, ਕੇਂਦਰ ਸਰਕਾਰ ਉਹਨੂੰ ਚਲਾਉਂਦੀ ਆ, ਉਹਨੂੰ ਚਲਾਵੇ। ਇਹ ਯੂਨੀਵਰਸਿਟੀ ਸਾਡੀ ਹੈ, ਇਹਨੂੰ ਵਾਪਸ ਕਰੇ। ਦੂਜਾ, ਇਸ ਘਟਨਾ ਦੇ ਵਿੱਚ ਜਿਹੜੀ ਜੈਪੁਰ ਦੇ ਵਿੱਚ ਮੀਟਿੰਗ ਹੋਈ ਆ, ਉਸ ਮੀਟਿੰਗ ਦੀ ਕੜੀ ਵੀ ਜੁੜਦੀ ਆ। ਉਸ ਜੈਪੁਰ ਦੀ ਮੀਟਿੰਗ 'ਚ 45 ਏਜੰਡੇ ਪੰਜਾਬ ਦੇ ਸੀ,
ਭਗਵੰਤ ਮਾਨ ਨੂੰ ਖੁਦ ਜਾਣਾ ਚਾਹੀਦਾ ਸੀ। ਰਾਜਸਥਾਨ ਦਾ, ਹਰਿਆਣੇ ਦਾ ਮੁੱਖ ਮੰਤਰੀ ਆਪ ਗਏ ਆ ਪਾਣੀ ਵਾਲੇ ਮਸਲੇ ਤੇ, ਉਹਦੇ 'ਚ ਰਾਜਸਥਾਨ ਆਪਣੀ ਪੱਕੀ ਸੀਟ ਮੰਗ ਰਿਹਾ। ਹਰਿਆਣਾ ਜਿਹੜਾ ਹੈਗਾ ਉਹ ਵਿਧਾਨ ਸਭਾ ਦੀ ਜ਼ਮੀਨ ਤੇ ਮੋਹਰ ਲਵਾ ਕੇ ਲੈ ਆਇਆ ਅਮਿਤ ਸ਼ਾਹ ਤੋਂ। ਤੇ ਭਗਵੰਤ ਮਾਨ ਨੇ ਜੇ ਆਪ ਵੀ ਨਹੀਂ ਗਿਆ ਤੇ ਚੀਮਾ ਤੇ ਬੈਂਸ ਜਿਹੜੇ ਇਹਨਾਂ ਨੇ ਭੇਜੇ ਸੀ ਉੱਥੇ, ਤੇ ਵਾਪਸ ਆ ਕੇ ਕਹਿੰਦਾ ਕਿ ਸਾਨੂੰ ਵੀ 10 ਕਿੱਲੇ ਦੇ ਦਿਓ। ਯਾਰ ਅਸੀਂ ਤੈਨੂੰ ਯੂਨੀਵਰਸਿਟੀ ਦਾ ਚਾਂਸਲਰ ਬਣਾਉਣ ਦੀਆਂ ਲੜਾਈਆਂ ਲੜ ਰਹੇ ਹਾਂ। ਅਸੀਂ ਪੰਜਾਬ ਨੂੰ ਕਹਿੰਦੇ ਆ ਕਿ ਚੰਡੀਗੜ੍ਹ ਪੰਜਾਬ ਦਾ ਹੈਗਾ, ਤੇ ਤੂੰ ਜ਼ਮੀਨ 10 ਕਿੱਲੇ ਮੰਗ ਰਿਹਾ। ਤੂੰ ਯੂਨੀਵਰਸਿਟੀ ਇਹ ਕਹਿ ਰਿਹਾ ਕਿ ਸਾਡਾ ਮਾਣ ਹੈ ਤੇ ਅਸੀਂ ਜਿੱਤ ਪ੍ਰਾਪਤ ਕਰ ਲਈ। ਹਲੇ ਤਾਂ ਇਹ ਯੂਨੀਵਰਸਿਟੀ ਕੇਂਦਰ ਦੇ ਅੰਡਰ ਹੀ ਚੱਲ ਰਹੀ ਹੈ। ਹਲੇ ਜਿੱਤ ਕਿੱਥੋਂ ਪ੍ਰਾਪਤ ਕਰ ਲਈ ਤੇ ਤੁਸੀਂ ਪਹਿਲਾਂ ਹੀ ਢੋਲ ਵਜਾ ਦਿੱਤੇ ਹੈਗੇ ਆ। ਇਹ ਹੈ ਇੱਕ ਗੱਲ ਹੈ ਕਿ ਨੀਤੀ ਆਯੋਗ ਦੀ ਮੀਟਿੰਗ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਹ ਅਗਵਾਈ ਦੇ ਵਿੱਚ ਮੀਟਿੰਗ ਹੋਣੀ ਹੈ। ਪਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਖੁਦ ਜਾਣਾ ਚਾਹੀਦਾ ਮੁੱਖ ਮੰਤਰੀ ਨੂੰ, ਅੱਜ ਉਹ ਜਦੋਂ ਗਏ ਇੱਥੋਂ ਤੇ ਦਾਅਵਾ ਕਰਕੇ ਗਏ, ਕਹਿੰਦੇ ਪਹਿਲਾਂ ਵਾਲੇ ਮੁੱਖ ਮੰਤਰੀ ਤਾਂ ਜਾਂਦੇ ਹੀ ਨਹੀਂ ਸੀ, ਮੈਂ ਪੂਰਾ ਹੋਮਵਰਕ ਕਰਕੇ ਚੱਲਿਆ ਕਿ ਪੰਜਾਬ ਦੇ ਆਹ ਮੁੱਦੇ ਆ, ਇਹਨਾਂ ਤੇ ਕੰਮ ਹੋਣਾ ਚਾਹੀਦਾ। ਕਹਿੰਦੇ ਮੈਂ ਠੋਕ ਕੇ ਰੱਖੂੰਗਾ ਗੱਲ ਦਿੱਲੀ ਜਾ ਕੇ। ਰੱਖਣੀ ਚਾਹੀਦੀ ਹੈ, ਜਾਣ ਤਕੜੇ ਹੋ ਕੇ ਬੋਲਣ ਤੇ ਬਾਹਰ ਆ ਕੇ ਇਹ ਵੀ ਦੱਸਣ ਕਿ ਕਿਹੜੇ ਫੈਸਲੇ ਕਰਾ ਕੇ ਆਇਆ। ਜੇ ਫਿਰ ਇਹੀ ਮੀਟਿੰਗ ਜੈਪੁਰ ਵਾਲੀ ਮੀਟਿੰਗ ਵਾਲੀ ਨਾ ਕਰੀ ਕਿ ਜੇ ਤੁਹਾਡੀ ਸਰਕਾਰ ਉੱਥੇ 45 ਮੁੱਦੇ ਲੈ ਕੇ ਗਈ ਆ, 35 ਮੁੱਦਿਆਂ ਤੇ ਸਹਿਮਤੀ ਬਣ ਗਈ ਆ, ਤਾਂ ਫਿਰ ਦੱਸਿਆ ਕਿਉਂ ਨਹੀਂ ਪੰਜਾਬ ਦੇ ਲੋਕਾਂ ਨੂੰ ਕਿ ਕਿਹੜਿਆਂ ਤੇ ਬਣ ਗਈ ਆ? ਕਰੋ ਪ੍ਰੈਸ ਕਾਨਫਰੰਸ, ਜਵਾਬ ਦਿਓ ਪੰਜਾਬ ਦੇ ਲੋਕਾਂ ਨੂੰ ਵੀ ਆਹ ਫੈਸਲੇ ਕਰਕੇ ਆਏ ਆ। ਸਵਾਲ ਕੱਲਾ ਗੁੱਡ ਗਵਰਨੈਂਸ ਦਾ ਨਹੀਂ ਹੈ, ਸਵਾਲ ਪੰਜਾਬ ਨਾਲ ਵਧੀਕੀ ਜਿਹੜੀ ਹੈਗੀ ਆ ਉਹ ਇਤਿਹਾਸ 'ਚ ਹੋਈ ਆ। ਜੇ ਤੁਸੀਂ ਪਾਣੀ ਵਾਲੇ ਮਾਮਲੇ ਤੇ ਵੀ ਦੇਖ ਲਓ, ਅਸਲ ਦੇ ਵਿੱਚ ਜਿਹੜਾ ਸਾਡੀ ਪੰਜਾਬ ਯੂਨੀਵਰਸਿਟੀ ਵਾਲਾ ਰੌਲਾ ਜਿਹੜਾ ਹੈਗਾ, ਇਹਦੀ ਰੁਕਾਵਟ ਸਭ ਤੋਂ ਵੱਡੀ 1966 ਦਾ ਪੁਨਰਗਠਨ ਐਕਟ ਹੈ। ਉਸ ਐਕਟ ਨੇ ਪੰਜਾਬ ਦੇ ਜਿਹੜਾ ਪੰਜਾਬ ਦੇ ਜਿਹੜੇ ਹੱਕ ਹੈਗੇ ਆ, ਸਾਰੇ ਭਾਰਤ 'ਚ ਪੰਜਾਬ ਦਾ ਜਿਹੜਾ ਪਾਣੀਆਂ ਦੀ ਵੰਡ ਆ ਉਹ ਰਿਪੇਰੀਅਨ ਕਾਨੂੰਨ ਮੁਤਾਬਕ ਕੀਤੀ ਗਈ ਹੈ। ਪਰ ਉਹੀ ਕਾਨੂੰਨ ਪੰਜਾਬੀਆਂ ਦੇ ਲਈ ਬਦਲ ਕਿਉਂ ਦਿੱਤਾ ਗਿਆ? ਸਾਨੂੰ ਕਿਉਂ ਨਹੀਂ ਉਹ ਹੱਲ ਦਿੱਤਾ ਗਿਆ? ਭਾਰਤ ਦੇ ਵਿੱਚ ਕਿੰਨੇ ਇਹੋ ਜਿਹੇ ਰਾਜ ਨੇ ਜਿਹੜੇ ਪਹਿਲਾਂ ਸੂਬੇ ਸੀ, ਛੱਤੀਸਗੜ੍ਹ ਨਿਕਲਿਆ, ਝਾਰਖੰਡ ਨਿਕਲਿਆ, ਹੋਰ ਕਿੰਨੇ ਤੋੜੇ ਵੱਖਰੇ ਸੂਬੇ ਬਣੇ। ਕੀ ਜਿਹੜੇ ਨਵੇਂ ਸੂਬੇ ਬਣੇ ਉਹ ਰਾਜਧਾਨੀ ਨਾਲ ਲੈ ਕੇ ਗਏ? ਉਹਨਾਂ ਨੇ ਸਾਰਿਆਂ ਨੇ ਆਪਣੀ ਆਪਣੀ ਰਾਜਧਾਨੀ ਨਵੀਂ ਬਣਾਈ ਹੈ। ਤੇ ਪੰਜਾਬ ਬਾਰੇ ਫਿਰ 1966 ਦਾ ਐਕਟ ਕਿ ਜਿਹੜੀ ਇਹ ਰਾਜਧਾਨੀ ਹੈ ਇਹ ਸਾਂਝੀ। ਕਿਉਂ ਸਾਂਝੀ? ਕਿਉਂਕਿ ਇਹ ਦੋ ਕੌਮਾਂ ਨੇ, ਇੱਕ ਪੰਜਾਬ ਦੇ ਕਿਸਾਨ ਤੇ ਹਰਿਆਣੇ ਦੇ ਜਾਟ ਕਿਸਾਨ, ਇਹਨਾਂ ਦੇ ਵਿੱਚ ਭਰਾ ਮਾਰੂ ਜੰਗ ਚੱਲਦੀ ਰਹੇ ਤੇ ਅਸੀਂ ਆਪਣੀਆਂ ਵੋਟਾਂ ਸੇਕਦੇ ਰਹੀਏ ਇੱਥੇ। ਇਸ ਕਰਕੇ ਤੇ ਇਸੇ 'ਚ ਯੂਨੀਵਰਸਿਟੀ ਹੈ ਕਿ ਉਸ 66 ਦੇ ਐਕਟ 'ਚ ਦੋ ਯੂਨੀਵਰਸਿਟੀਆਂ ਬਾਰੇ ਇਹ ਲਿਖ ਦਿੱਤਾ ਗਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਪਰ ਲੁਧਿਆਣਾ ਪੰਜਾਬ ਦੀ ਜ਼ਮੀਨ ਤੇ ਆ, ਉਹ ਪੰਜਾਬ ਦੇ ਅੰਡਰ ਆ ਤੇ ਉੱਥੇ ਬਹੁਤੀ ਛੇੜਛਾੜ ਕਰ ਨਹੀਂ ਸਕੇ। ਪਰ ਚੰਡੀਗੜ੍ਹ ਜਿਹੜਾ ਹੈਗਾ ਇਹ ਯੂਨੀਅਨ ਟੈਰੀਟਰੀ ਆ, ਤੇ ਉਸ ਕਰਕੇ ਇਹਨਾਂ ਨੇ ਉਹ ਯੂਨੀਵਰਸਿਟੀ 1947 ਦੇ ਐਕਟ 'ਚ ਬਣੀ ਸੀ ਤੇ 1966 ਦੇ ਐਕਟ ਨੇ 1947 ਦੇ ਐਕਟ ਨੂੰ ਪ੍ਰਭਾਵਿਤ ਕੀਤਾ। ਉਸ ਕਰਕੇ ਇਹ ਯੂਨੀਵਰਸਿਟੀ ਕੇਂਦਰ ਦੇ ਵਿੱਚ ਚਲੀ ਗਈ ਆ। ਹੁਣ ਇਹ ਹੈ ਕਿ ਹੁਣ ਇੱਕ ਨਵਾਂ ਹਮਲਾ ਆ ਰਿਹਾ ਸੀ, ਅਸੀਂ ਉਸ ਨਵੇਂ ਹਮਲੇ ਨੂੰ ਰੋਕਣ ਦੀ ਜਿੱਤ ਪ੍ਰਾਪਤ ਕੀਤੀ ਆ। ਇਹ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀ ਆ, ਪੰਜਾਬੀਆਂ ਨੇ, ਸਾਰੇ ਲੋਕਾਂ ਨੇ ਕੀਤੀ ਆ। ਤੇ ਭਗਵੰਤ ਮਾਨ ਕਹਿ ਰਿਹਾ ਕਿ ਇਹ ਸਾਡੀ ਪੰਜਾਬ ਸਰਕਾਰ ਦਾ ਉਹ ਆ। ਇੱਕ ਪਾਸੇ ਰਹੀ ਗੱਲ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਲੋਕਾਂ ਨੇ ਜਦੋਜਹਿਦ ਕੀਤੀ ਔਰ ਇੱਕ ਅੰਸ਼ਕ ਜਿੱਤ ਆ ਜਿਹੜੀ ਉਹ ਸਾਹਮਣੇ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਜੇ ਹੱਲੇ ਹੋਣੀਆਂ ਬਾਕੀ ਨੇ। ਪਰ ਰਹੀ ਗੱਲ ਸਟੇਟ ਯੂਨੀਵਰਸਿਟੀਆਂ ਦੀ, ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਉਸ ਦੇ ਵਿੱਚ ਵੀ ਕਾਫੀ ਕੁਝ ਆ ਜਿਹੜੀਆਂ ਘਾਟਾਂ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਘਾਟੇ ਦੇ ਵਿੱਚ ਸ਼ੁਰੂ ਤੋਂ ਚੱਲਦੀ ਆ ਰਹੀ ਹੈ, ਚਾਹੇ ਬਜਟ ਵਿੱਚ ਰੱਖਿਆ ਗਿਆ ਕੁਝ ਰਾਸ਼ੀ, ਉਸ ਦੇ ਨਾਲ ਵੀ ਕੀ ਹੁੰਦਾ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ। ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਉੱਥੇ ਬਾਹਰ 50% ਦੀ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਧਰਨੇ ਲੱਗੀ ਜਾਂਦੇ ਆ, ਵਾਈਸ ਚਾਂਸਲਰ ਤੱਕ ਨਹੀਂ ਮਿਲਿਆ। ਇਸ ਦੇ ਉੱਤੇ ਜਿਹੜਾ ਧਿਆਨ ਹੈ ਕਦੋਂ ਦਿੱਤਾ ਜਾ ਸਕਦਾ? ਅਸਲੀ ਲੜਾਈ ਤਾਂ ਇਹ ਆ, ਇਹ ਲੜਾਈ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ, ਇਹ ਲੜਾਈ ਇਕੱਲੀ ਪੀਯੂ ਦੀ ਲੜਾਈ ਨਹੀਂ ਹੈ। ਪੀਯੂ ਤਾਂ ਜਦੋਂ ਕੋਈ ਬਾਹਰਲਾ ਹਮਲਾਵਰ ਆ ਕੇ ਸਾਨੂੰ ਖੋਹਣ ਦੀ ਗੱਲ ਕੀਤੀ ਤਾਂ ਇਹ ਲੜਾਈ ਪਹਿਲਾਂ ਹੀ ਲੜਨੀ ਸਾਡੀ ਜ਼ਰੂਰੀ ਸੀ। ਅਸਲ 'ਚ ਪੰਜਾਬ 'ਚ 13 ਯੂਨੀਵਰਸਿਟੀਆਂ, ਉਹਨਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ 'ਚ ਹੁਣੇ ਵੱਡਾ ਪ੍ਰੋਟੈਸਟ ਹੋ ਕੇ ਹਟਿਆ, ਜਿਹੜਾ ਕਿੰਨੇ ਦਿਨ ਉੱਥੋਂ ਦੇ ਡਾਕਟਰ ਆ ਜਿਹੜੇ ਬਾਹਰ ਧਰਨੇ ਤੇ ਬੈਠੇ ਰਹੇ। ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਬਾਹਰ ਬੈਠੇ ਗਏ, ਪੋਸਟਾਂ ਖਾਲੀ ਨਹੀਂ ਹੈਗੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਿਆਦਾ ਹੈ, ਪ੍ਰਾਈਵੇਟ ਤੋਂ ਵੀ ਦੇ ਬਰਾਬਰ ਪਹੁੰਚੀਆਂ ਹੋਈਆਂ। ਉੱਥੇ ਵੀ ਅੱਜ ਧਰਨਾ ਲੱਗਿਆ ਹੋਇਆ, ਉੱਥੇ ਰਿਸਰਚ ਦੇ ਮਾਮਲੇ 'ਚ ਕਿਸੇ 'ਚ। ਪੰਜਾਬੀ ਯੂਨੀਵਰਸਿਟੀ ਘਾਟੇ ਦੇ ਵਿੱਚ ਹੈਗੀ ਹੈ। ਇਸੇ ਤਰ੍ਹਾਂ ਬਾਬਾ ਫਰੀਦ ਯੂਨੀਵਰਸਿਟੀ ਜਿਹਦੇ ਗੱਦਿਆਂ ਦਾ ਰੌਲਾ ਪਿਆ, ਗੱਦਿਆਂ ਦਾ ਰੌਲਾ ਸਰਕਾਰ ਦੀ ਨਲਾਇਕੀ ਕਰਕੇ ਆ। ਇਸ ਕਰਕੇ ਹੋਰ ਵੀ ਟੈਕਨੀਕਲ ਯੂਨੀਵਰਸਿਟੀ ਹੈਗੀ ਹੈ। ਇਹ ਸਾਰੀਆਂ ਯੂਨੀਵਰਸਿਟੀਆਂ ਨੂੰ ਸਰਕਾਰ ਉਹ ਫੰਡ ਨਹੀਂ ਦਿੰਦੀ। ਤਾਂ ਜਿਹੜੀ ਇਹ ਕਹਿੰਦੇ ਨਾ ਕਿ ਵਰਲਡ ਦੀਆਂ ਰੈਂਕਿੰਗ 'ਚ ਆਵੇ, ਇਹਨਾਂ ਬਜਟ ਦੇ ਨਾਲ ਇਹ ਯੂਨੀਵਰਸਿਟੀਆਂ
ਬਚਣੀਆਂ ਵੀ ਮੁਸ਼ਕਲ ਹੈ। ਤੁਸੀਂ ਰੈਂਕਿੰਗ ਦੀ ਗੱਲ ਕਰਦੇ ਹੋ, ਅਸੀਂ ਇਹੀ ਮੰਗ ਕਰ ਰਹੇ ਹਾਂ, ਇਹੀ ਲੜਾਈ ਲੜ ਰਹੇ ਹਾਂ ਕਿ ਇਹਨਾਂ ਯੂਨੀਵਰਸਿਟੀਆਂ ਨੂੰ ਤੁਸੀਂ ਜਿਹੜਾ ਹੈਗਾ ਉਹ ਫੰਡ ਜਾਰੀ ਕਰੋ। ਪਹਿਲੀ ਗੱਲ, ਉੱਥੇ ਕੱਚੇ ਨਹੀਂ, ਉੱਥੇ ਪੱਕੇ ਪ੍ਰੋਫੈਸਰਾਂ ਦੀ ਜਾਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ, ਤਾਂ ਇਹ ਯੂਨੀਵਰਸਿਟੀਆਂ ਬਚਣੀਆਂ ਹੈਗੀਆਂ। ਜੇ ਇਹ ਜਿਹੜਾ ਕੇਸ ਪੀਯੂ ਵਾਲਾ ਵੀ ਚੱਲਿਆ, ਅਧਿਆਪਕਾਂ ਦੇ ਪੇ ਕਮਿਸ਼ਨ ਤੋਂ ਚੱਲਿਆ, ਤਾਂ ਪੰਜਾਬ ਸਰਕਾਰ ਦੇਵੇ ਪੇ ਕਮਿਸ਼ਨ ਉਹਨਾਂ ਨੂੰ, ਕਿਉਂ ਨਹੀਂ ਫਿਰ ਉਹਨਾਂ ਦੀ ਸੁਣਦੀ? ਇਹ ਲੜਾਈ ਅਸਲ ਦੇ ਵਿੱਚ ਇਹ 'ਚ ਦੋਸ਼ੀ ਅਕਾਲੀ ਤੇ ਕਾਂਗਰਸ ਵੱਡੇ ਆ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੀ ਭਗਵੰਤ ਮਾਨ ਦੀ ਸਰਕਾਰ ਦੋਸ਼ੀ ਹੈ। ਭਗਵੰਤ ਮਾਨ ਦੀ ਸਰਕਾਰ ਇਸ ਕਰਕੇ ਦੋਸ਼ੀ ਹੈ ਕਿ ਜੋ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਉਸ ਤੇ ਖਰੇ ਨਹੀਂ, ਦਿੱਲੀ ਤੋਂ ਆਪਰੇਟ ਹੁੰਦੇ ਆ, ਪੰਜਾਬ ਦੇ ਬਾਰੇ ਕੋਈ ਤਿਆਰੀ ਕਰਕੇ ਨਹੀਂ ਜਾਂਦੇ, ਆਪਦੇ ਹੱਥ ਵੜਾ ਕੇ ਆਉਂਦੇ ਆ। ਪਰ ਅਕਾਲੀ ਤੇ ਕਾਂਗਰਸੀਆਂ ਦੇ ਖਿਲਾਫ ਸਾਡੀ ਉਸ ਤੋਂ ਵੀ ਵੱਡੀ ਜਿਹੜੀ ਰੋਸ ਹੈ ਕਿ ਇਹਨਾਂ ਦੀਆਂ ਹੀ ਕੀਤੀਆਂ ਕਰਕੇ ਇਹ ਜਿਹੜੇ ਅਦਾਰੇ ਆ ਪਿਛਲੇ 20 ਸਾਲਾਂ ਦੇ ਵਿੱਚ ਖਤਮ ਹੋਣ ਕਿਨਾਰੇ ਪਹੁੰਚੇ ਆ। ਤੇ ਉਹਨਾਂ ਦੇ ਲਈ ਸਾਡੀ ਜਿਹੜੀ ਲੜਾਈ ਹੈ, ਵਿਦਿਅਕ ਸੈਸ਼ਨ 1 ਤਰੀਕ ਤੋਂ ਸ਼ੁਰੂ ਹੋਣਾ, ਤੇ ਸਾਡੀ ਲੜਾਈ ਅਗਲੇ ਮਹੀਨੇ ਦੇ ਵਿੱਚ ਪੰਜਾਬ ਦੇ ਹਰ ਸ਼ਹਿਰ ਤੇ ਹਰ ਕਾਲਜ ਦੇ ਵਿੱਚ ਤੁਹਾਨੂੰ ਦਿਖਾਈ ਦੇਊਗੀ। ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ ਹੈ, ਬਹੁਤ ਸ਼ੁਕਰੀਆ। ਤਾਂ ਅਸੀਂ ਇਹ ਗੱਲ ਇਸ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਸਲਾ ਇਕੱਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਹੀਂ ਹੈ। ਵਿਦਿਅਕ ਅਦਾਰੇ ਪੰਜਾਬ ਸੂਬੇ ਦੇ ਅੰਦਰ ਜਿੰਨੇ ਪੈਂਦੇ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਹੈ। ਜੇਕਰ ਵਿਦਿਆਰਥੀ ਸੜਕਾਂ ਤੇ ਆਉਂਦੇ ਨੇ, ਉਸ ਤੋਂ ਬਾਅਦ ਜੇਕਰ ਕੋਈ ਮੰਤਰੀ ਜਾਂ ਮੁੱਖ ਮੰਤਰੀ ਸਟੇਟਮੈਂਟ ਦਿੰਦਾ, ਕੋਈ ਪੋਸਟ ਪਾਉਂਦਾ ਸੋਸ਼ਲ ਮੀਡੀਆ ਤੇ, ਇੱਕ ਪਾਸੇ ਨੰਬਰ ਬਣਾਉਣ ਵਾਲੀ ਗੱਲ ਆ, ਦੂਜੇ ਪਾਸੇ ਅਮਲੀ ਰੂਪ 'ਚੋਂ ਕਰਦੇ ਕੀ ਨੇ, ਨੀਤੀ ਕੀ ਬਣਾਉਂਦੇ ਨੇ, ਇਹ ਵੱਡੇ ਸਵਾਲ ਨੇ। ਇਹਨਾਂ ਦੇ ਵਿੱਚ ਕਹਿਣੀ ਤੇ ਕਰਨੀ ਦਾ ਜਿਹੜਾ ਫਰਕ ਹੈ ਉਹ ਮਿਟਣਾ ਚਾਹੀਦਾ, ਤਾਂ ਕਿ ਲੋਕਾਂ ਨਾਲ ਕੀਤੇ ਵਾਅਦੇ ਆ ਜਿਹੜੇ ਉਹ ਵਫਾ ਹੋ ਸਕਣ। ਫਿਲਹਾਲ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਜਿਹੜੇ ਵੀ ਮਸਲੇ ਆ ਪੰਜਾਬ ਨੂੰ ਮੁਖਾਤਿਬ, ਉਸ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ, ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ, ਤਾਂ ਹੀ ਪੰਜਾਬ ਤਰੱਕੀ ਦੀ ਰਾਹ ਤੇ ਤੁਰ ਸਕਦਾ ਹੈ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।